Welcome to SK Gyan. To get related videos, hit the bell icon so that you can get the notifications. Next, कुछ laws ਆ, कुछ rules ਆ, कुछ terms ਆ ਜਿਹੜੀਆਂ ਅਸੀਂ already ਪੜ੍ਹ ਚੁੱਕੇ ਆ, questions ਨੂੰ solve ਕਰਨ ਲੱਗੇ ਉਹਨਾਂ ਵਿੱਚ use ਕਰ ਚੁੱਕੇ ਆ, apply ਹੋ ਚੁੱਕੀਆਂ ਆ ਉਹ ਚੀਜ਼ਾਂ, ਬਸ ਉਹਨਾਂ ਨੂੰ ਕੁਝ ਨਾਮ ਦਿੱਤੇ ਗਏ ਆ, ਹੁਣ ਅਸੀਂ ਉਹ study ਕਰਾਂਗੇ, ਫਿਰ MCQ solve ਕਰਦੇ ਆ। ਅਸਲ ਦੇ ਵਿੱਚ ਇਹਨਾਂ ਨੂੰ ਮੈਂ ਪਹਿਲਾਂ ਕਿਉਂ ਨਹੀਂ ਰੱਖਿਆ, ਪਹਿਲਾਂ ਇਸ ਕਰਕੇ ਨਹੀਂ ਰੱਖਿਆ ਕਿਉਂਕਿ ਕੁਝ ਟਰਮਸ ਆ ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ ਆ, ਉਹਨਾਂ ਬਾਰੇ ਨੌਲੇਜ ਨਹੀਂ ਆ, ਫਿਰ ਉਹਨੂੰ ਮੈਮੋਰਾਈਜ਼ ਕਰਨਾ ਟਫ ਹੁੰਦਾ ਆ। ਅਸੀਂ ਉਹਨੂੰ ਅਪਲਾਈ ਕਰਨ ਤੋਂ ਬਾਅਦ ਜਦੋਂ ਉਹਨੂੰ ਪਹਿਚਾਨਦੇ ਆ, ਉਹਦਾ ਨਾਮ ਰੱਖਦੇ ਆ, ਉਹਦੇ ਨਾਮ ਬਾਰੇ ਪਤਾ ਲੱਗਦਾ ਆ, ਉਹ ਜ਼ਿਆਦਾ ਵਧੀਆ ਰਹਿੰਦਾ ਆ। ਸੋ ਇਸ ਕਰਕੇ ਇਹ ਕੁਝ ਰਿਜ਼ਲਟਸ ਆ ਜਿਹੜੇ ਆਲਰੇਡੀ ਅਪਲਾਈ ਕੀਤੇ ਹੋਏ ਆ, ਕੁਝ ਲਾਜ਼ ਆ ਕੁਝ ਆਲਰੇਡੀ ਅਪਲਾਈ ਕੀਤੇ ਆ, ਬਸ ਉਹਨਾਂ ਨੂੰ ਨਾਮ ਦੇਣਾ ਆ, ਠੀਕ ਆ। ਸੋ the first one is idempotent laws. idempotent law ਕਿਹੜਾ ਹੋਊਗਾ, ਜਿਵੇਂ ਇੱਕ ਸਟੇਟਮੈਂਟ P ਸਟੇਟਮੈਂਟ ਆ, ਠੀਕ ਆ, P ਸਟੇਟਮੈਂਟ ਦੀ ਅਗਰ P ਸਟੇਟਮੈਂਟ ਦੇ ਨਾਲ ਹੀ ਮੈਂ ਸੈਟ ਵਿੱਚ ਬੋਲਦੇ ਹੁੰਦੇ ਸੀ ਯੂਨੀਅਨ, ਇਹਦੇ ਚ ਬੋਲਾਂਗੇ ਡਿਸਜੰਕਸ਼ਨ। P ਸੈਟ ਦੇ ਨਾਲ ਕੰਜੰਕਸ਼ਨ, P ਸਟੇਟਮੈਂਟ ਦੇ ਨਾਲ ਕੰਜੰਕਸ਼ਨ, ਜਾਂ ਸੈਟ ਚ ਇਹਨੂੰ ਬੋਲਦੇ ਹੁੰਦੇ ਸੀ ਇੰਟਰਸੈਕਸ਼ਨ। ਅਗਰ ਲੈਣੀ ਆ ਤਾਂ ਰਿਜ਼ਲਟ ਉਹੀ P ਹੀ ਆ ਜਾਵੇ, P ਸਟੇਟਮੈਂਟ ਹੀ ਆ ਜਾਵੇ, ਰਿਜ਼ਲਟ ਉਹੀ P ਸਟੇਟਮੈਂਟ ਹੀ ਆ ਜਾਵੇ, ਉਸ law ਨੂੰ ਆਈਡੈਂਪੋਟੈਂਟ law ਕਹਿ ਦਿੱਤਾ ਜਾਂਦਾ ਆ। ਕਲੀਅਰ ਆ? P it is disjunction, P this is equivalent to, ਠੀਕ ਹੈ, this is equivalent to P, P conjunction P this is equivalent to P। fine, ਯਾਦ ਕਿਵੇਂ ਰੱਖਾਂਗੇ ਆਈਡੈਂਪੋਟੈਂਟ law ਨੂੰ, ਯਾਦ ਕਿਵੇਂ ਰੱਖਾਂਗੇ, ਜੋ ਇੱਥੇ ਆ ਉਹੀ ਇੱਥੇ ਆ, ਉਹਦਾ ਆਨਸਰ ਵੀ ਇੱਥੇ ਹੋਊਗਾ, ਆਪਰੇਸ਼ਨ ਚਾਹੇ ਇਹ ਵਾਲਾ ਹੋਵੇ ਚਾਹੇ ਇਹ ਵਾਲਾ ਹੋਵੇ। ਕਲੀਅਰ ਆ? ਕਮਿਊਟੇਟਿਵ ਲਾਜ਼ ਦੇ ਵਿੱਚ ਕੀ ਹੋਊਗਾ, ਜਿਵੇਂ P ਡਿਸਜੰਕਸ਼ਨ Q ਆ, ਇਹਦਾ ਰਿਜ਼ਲਟ ਕਿਹਦੇ ਇਕੁਅਲ ਰਹੂਗਾ, Q ਡਿਸਜੰਕਸ਼ਨ P ਦੇ, ਇਹਦੇ ਬਾਰੇ ਵੀ ਅਸੀਂ ਗੱਲ ਕਰ ਲਈ ਆ। P ਕੰਜੰਕਸ਼ਨ Q ਦਾ ਰਿਜ਼ਲਟ ਕਿਹਦੇ ਇਕੁਅਲ ਰਹੂਗਾ, Q ਪਹਿਲਾਂ ਕੰਜੰਕਸ਼ਨ P, ਠੀਕ ਆ, one and same thing। ਸੋ ਚਾਹੇ P ਕੰਜੰਕਸ਼ਨ Q ਲਿਖ ਦੋ, ਚਾਹੇ Q ਕੰਜੰਕਸ਼ਨ P ਲਿਖ ਦੋ, ਅੱਗੇ ਪਿੱਛੇ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਆਪਰੇਸ਼ਨ ਸੇਮ ਆ। ਇਸ law ਨੂੰ ਕਮਿਊਟੇਟਿਵ law ਬੋਲਦੇ ਆ, ਠੀਕ ਆ। ਪ੍ਰੋਡਕਟ ਵਿੱਚ ਇਹਨੂੰ ਇਵੇਂ ਬੋਲਦੇ ਹੁੰਦੇ ਸੀ AB is equal to BA, ਜਦੋਂ ਪ੍ਰੋਡਕਟ ਹੋ ਰਹੀ ਆ, ਜਿਵੇਂ 4 multiply 3 is equal to 3 multiply 4, ਇਹਨੂੰ ਬੋਲਦੇ ਆ ਕਮਿਊਟੇਟਿਵ law in multiplication, ਠੀਕ ਆ। 4 3s are 12, 4 3s are 12, ਸੇਮ ਉਸੇ ਤਰ੍ਹਾਂ ਹੀ ਆਪਰੇਸ਼ਨ ਉਹੀ ਆ, ਹਨਾ। ਇੱਥੇ ਆਪਰੇਸ਼ਨ ਕਿਹੜਾ ਸੀ, ਮਲਟੀਪਲਾਈ ਦਾ, ਇੱਥੇ ਆਪਰੇਸ਼ਨ ਕਿਹੜਾ ਵਾ, ਕੰਜੰਕਸ਼ਨ ਦਾ, ਇੱਥੇ ਆਪਰੇਸ਼ਨ ਕਿਹੜਾ ਵਾ, ਇੱਥੇ ਆਪਰੇਸ਼ਨ ਹੈਗਾ ਡਿਸਜੰਕਸ਼ਨ ਦਾ, ਠੀਕ ਆ। ਇਹ ਰਹੂਗਾ ਕਮਿਊਟੇਟਿਵ law। ਨੈਕਸਟ ਹੈਗਾ ਐਸੋਸੀਏਟਿਵ law, ਉਹਦੇ ਵਿੱਚ ਕੀ ਆ, ਜਿਵੇਂ P ਕੰਜੰਕਸ਼ਨ Q, P disjunction Q, disjunction R, this is nothing but, ਇਹਨੂੰ ਜਿਵੇਂ ਅਪਲਾਈ ਤਾਂ ਵੈਸੇ ਇਹਨੂੰ ਅਸੀਂ ਕਰ ਲਿਆ ਹੋਇਆ ਵਾ P, ਠੀਕ ਆ, ਤੇ ਜਿਹੜਾ ਕਿਉਂਕਿ ਇੱਥੇ ਆਪਰੇਸ਼ਨ ਸੇਮ ਹੈਗੇ ਆ ਦੇਖੋ ਇੱਥੇ ਆਹ ਵਾਲਾ ਆਪਰੇਸ਼ਨ ਜਿਹੜਾ ਵਾ ਸੇਮ ਆ, ਜੇ ਸੇਮ ਆ ਤੇ ਕਹਿਣ ਦਾ ਮਤਲਬ ਪਹਿਲਾਂ P ਦੀ ਤੇ Q ਦੀ ਡਿਸਜੰਕਸ਼ਨ ਲੈ ਲਈ, ਜਿਹੜਾ ਉਹਦਾ ਰਿਜ਼ਲਟ ਆਊਗਾ ਉਹਦੀ R ਦੇ ਨਾਲ ਡਿਸਜੰਕਸ਼ਨ ਲੈ ਲਈ, one and same thing ਆ ਨਾ, ਇੱਕੋ ਗੱਲ ਆ, ਕਿਉਂਕਿ ਆਪਰੇਸ਼ਨ ਸੇਮ ਹੋਣ ਕਰਕੇ ਤੁਸੀਂ Q ਦੀ ਤੇ R ਦੀ ਪਹਿਲਾਂ ਲੈ ਲਓ ਡਿਸਜੰਕਸ਼ਨ, ਜਿਹੜਾ ਆਨਸਰ ਆਊਗਾ ਫਿਰ ਉਹਦੀ P ਨਾਲ ਲੈ ਲਿਓ, ਠੀਕ ਆ। ਸੇਮ ਹੁਣ ਇਸ ਚੀਜ਼ ਨੂੰ ਇਹਦੇ ਵਿੱਚ ਕੰਜੰਕਸ਼ਨ ਚ ਵੀ ਅਸੀਂ ਕਰ ਸਕਦੇ ਹਾਂ, P ਕੰਜੰਕਸ਼ਨ Q ਕੰਜੰਕਸ਼ਨ R this is equivalent to, ਕਿਉਂਕਿ ਆਪਰੇਸ਼ਨ ਸੇਮ ਹੈਗਾ ਵਾ, ਇੱਥੇ ਦੇਖੋ ਆਪਰੇਸ਼ਨ ਸੇਮ ਹੈਗਾ ਵਾ, ਆਪਰੇਸ਼ਨ ਸੇਮ ਆ, ਸੋ ਯੂ ਕੈਨ ਰਾਈਟ ਇਟ ਐਜ਼ P, Q ਦੀ ਤੇ R ਦੀ ਕਰ ਦਿੰਨੇ ਅਸੀਂ, Q ਦੀ ਤੇ R ਦੀ ਕਰ ਦਿੰਨੇ ਅਸੀਂ। ਕਲੀਅਰ ਆ?
ਨੈਕਸਟ ਰਹੂਗਾ ਤੁਹਾਡਾ ਡਿਸਟ੍ਰੀਬਿਊਟਿਵ ਲਾਅ। ਬਈ ਡਿਸਟ੍ਰੀਬਿਊਟਿਵ ਲਾਅ ਦੇ ਵਿੱਚ ਯਾਦ ਰੱਖਣਾ ਵਾ ਕਿ ਆਪਰੇਸ਼ਨ ਚੇਂਜ ਹੁੰਦਾ ਜੇ, ਇਹ ਕਾਫੀ ਵਾਰੀ ਅਪਲਾਈ ਹੋ ਚੁੱਕਾ ਵਾ, ਇਹ ਲਾਅ ਕੁਐਸਚਨਸ ਨੂੰ ਸੋਲਵ ਕੀਤਾ ਸੀ ਜਦੋਂ ਮੈਂ, ਠੀਕ ਆ, ਉਹਨਾਂ ਵਿੱਚ ਇਹ ਅਪਲਾਈ ਹੋ ਚੁੱਕਾ ਵਾ ਡਿਸਟ੍ਰੀਬਿਊਟਿਵ ਲਾਅ, ਬਸ ਨਾਮ ਹੀ ਦਿੱਤਾ ਵਾ ਇੱਥੇ। ਇਹ ਕਿਹੜਾ ਲਾਅ ਆ ਯਾਦ ਕਰੋ, ਇੱਥੇ ਹੈਗਾ ਵਾ ਕੰਜੰਕਸ਼ਨ, ਇੱਥੇ ਹੈਗਾ ਵਾ ਡਿਸਜੰਕਸ਼ਨ, ਜਸਟ ਇਹ ਉਦਾਂ ਬਿਹੇਵ ਕਰਦਾ, ਇੱਕ ਬ੍ਰੈਕਟ ਨਹੀਂ ਖੋਲੀ ਦੀ ਜਿਵੇਂ ਪੀ ਕੀ ਦੱਸਿਆ ਸੀ ਮੈਂ, ਇੱਥੇ ਲਿਖਦੀ ਹਾਂ ਪੀ ਕੰਜੰਕਸ਼ਨ ਕਿਊ ਡਿਸਜੰਕਸ਼ਨ ਆਰ। ਇਹਨੂੰ ਕਿਵੇਂ ਖੋਲਿਆ ਸੀ ਭਲਾ, ਇਵੇਂ ਖੋਲਿਆ ਸੀ ਇਹਨੂੰ ਕਿ ਜਿਹੜਾ ਇਹ ਵਾਲਾ ਸਾਈਨ ਆ ਪੀ ਆ ਨਾ, ਪੀ ਨੇ ਇਹ ਵਾਲੇ ਆਪਰੇਸ਼ਨ ਦੇ ਨਾਲ ਕਿਊ ਦੇ ਨਾਲ ਆ ਜਾਣਾ ਵਾ, ਪੀ ਨੇ ਜਿਹੜਾ ਪੀ ਆ ਇਹ ਵਾਲੇ ਆਪਰੇਸ਼ਨ ਦੇ ਨਾਲ ਕਿਊ ਨਾਲ ਆ ਜਾਣਾ। ਪੀ ਇੱਕ ਵਾਰ ਕਿਊ ਨਾਲ ਆਊਗਾ, ਜਿਹੜਾ ਪੀ ਆ ਇੱਕ ਵਾਰ ਆਰ ਨਾਲ ਆਊਗਾ, ਪੀ ਇੱਕ ਵਾਰ ਕਿਊ ਨਾਲ ਆਊ, ਪੀ ਇੱਕ ਵਾਰ ਆਰ ਨਾਲ ਆਊ। ਮੈਂ ਤੁਹਾਨੂੰ ਦੱਸਿਆ ਸੀ ਅਲੱਗ ਕੌਣ ਕੌਣ ਹੋ ਰਹੇ ਆ, ਕੌਣ ਦੋ ਜਾਣੇ ਆ ਜਿਹੜੇ ਅਲੱਗ ਹੋ ਰਹੇ ਆ, ਕੌਣ ਦੋ ਜਾਣੇ ਆ, ਕਿਊ ਤੇ ਆਰ ਅਲੱਗ ਹੋ ਰਿਹਾ। ਜਦੋਂ ਉਹ ਦੋ ਅਲੱਗ ਹੋ ਰਹੇ ਹੋਣ, ਇੱਥੇ ਜਿਹੜਾ ਸਾਈਨ ਪੈਣਾ ਆ, ਇੱਥੇ ਜਿਹੜਾ ਸਾਈਨ ਪੈਣਾ ਆ ਉਹ ਇਹ ਵਾਲਾ ਸਾਈਨ ਪਊਗਾ, ਇਹ ਵਾਲਾ ਸਾਈਨ ਪਊਗਾ, ਠੀਕ ਆ। ਫਿਰ ਪੀ ਦੀ ਕਿਊ ਨਾਲ ਲਿਖ ਕੇ, ਪੀ ਦੀ ਇਹ ਵਾਲਾ ਸਾਈਨ ਲੈ ਕੇ ਕਿਊ ਨਾਲ ਕਰ ਦਿੱਤੀ, ਪੀ ਦੀ ਆਰ ਨਾਲ ਇੱਥੇ ਲਿਖ ਦਾਂਗੇ, ਪੀ ਦੀ ਆਰ ਨਾਲ। ਆਪਰੇਸ਼ਨ ਕਿਹੜਾ ਰਹੂਗਾ ਇਹ ਵਾਲਾ, ਹੈ ਨਾ। ਤੇ ਜਿਹੜੇ ਦੋ ਅਲੱਗ ਹੋਏ ਆ, ਹੈ ਨਾ, ਉਹਦੇ ਚ ਸਾਈਨ ਕਿਹੜਾ ਸੀਗਾ ਡਿਸਜੰਕਸ਼ਨ ਦਾ, ਉਹ ਡਿਸਜੰਕਸ਼ਨ ਸਾਈਨ ਇੱਥੇ ਆਊਗਾ, ਠੀਕ ਆ ਜੀ। ਸੇਮ ਅਗਲਾ ਵੀ ਦੇਖ ਲਈਏ, ਇੱਥੇ ਪੀ ਡਿਸਜੰਕਸ਼ਨ ਕਿਊ ਕੰਜੰਕਸ਼ਨ ਆਰ ਆ, ਪੀ ਡਿਸਜੰਕਸ਼ਨ ਕਿਊ, ਠੀਕ ਆ। ਫਿਰ ਇਹ ਵਾਲਾ ਸਿੰਬਲ ਆ ਜਾਊਗਾ, ਫਿਰ ਪੀ ਡਿਸਜੰਕਸ਼ਨ ਆਰ। ਕੌਣ ਦੋ ਸੈਪਰੇਟ ਹੋ ਰਿਹਾ, ਕਿਊ ਤੇ ਆਰ ਸੈਪਰੇਟ ਹੋ ਰਿਹਾ, ਕਿਊ ਤੇ ਆਰ ਸੈਪਰੇਟ ਹੋ ਰਿਹਾ, ਇਸ ਲਈ ਇੱਥੇ ਜਿਹੜਾ ਸਾਈਨ ਆਊਗਾ ਇਹ ਵਾਲਾ ਸਾਈਨ ਆਊਗਾ, ਹੈ ਨਾ। ਪੀ ਦੀ ਇੱਕ ਵਾਰੀ ਕਿਊ ਦੇ ਨਾਲ, ਪੀ ਦੀ ਕਿਊ ਦੇ ਨਾਲ ਤੇ ਪੀ ਦੀ ਆਰ ਦੇ ਨਾਲ, ਠੀਕ ਹੈ ਜੀ। ਨੈਕਸਟ ਹੈਗਾ ਡੀ ਮਾਰਗਨਸ ਲਾਅ। ਡੀ ਮਾਰਗਨ ਲਾਅ ਨੂੰ ਅਸੀਂ ਕਿਵੇਂ ਕਰ ਲਿਖਾਂਗੇ, ਜਿਵੇਂ ਪੀ ਕੰਜੰਕਸ਼ਨ ਕਿਊ ਆ, ਇਹ ਵੀ ਅਪਲਾਈ ਕਰ ਚੁੱਕੇ ਆ, ਨੋਟ ਆ, ਇਹਨੂੰ ਕਿਵੇਂ, ਦਿਸ ਇਜ਼ ਨਥਿੰਗ ਬਟ ਇਹ ਕਿਹਦੇ ਇਕੁਅਲ ਆ, ਨੋਟ ਪੀ ਇਟ ਇਜ਼ ਡਿਸਜੰਕਸ਼ਨ ਕਿਊ। ਕਿਵੇਂ ਸੈੱਟ ਨਾਲ ਕਿਵੇਂ ਰਿਲੇਟ ਕੀਤਾ ਸੀਗਾ, ਪੀ ਇੰਟਰਸੈਕਸ਼ਨ ਕਿਊ ਦੀ ਨੋਟ ਆ, ਇਹਨੂੰ ਕਿਵੇਂ ਉਹਦੇ ਨਾਲ ਰਿਲੇਟ ਕੀਤਾ ਸੀ, ਪੀ ਦੇ ਉੱਤੇ ਨੋਟ, ਜਿਹੜਾ ਇੰਟਰਸੈਕਸ਼ਨ ਆ ਉਹ ਯੂਨੀਅਨ ਚ ਕਨਵਰਟ ਹੋ ਜਾਂਦਾ ਕਿਊ ਦੇ ਉੱਤੇ ਨੋਟ। ਇੱਥੇ ਪੀ ਦਾ ਨੋਟ ਆ, ਇਹ ਪੀ ਦਾ ਨੋਟ ਆ, ਜਿਹੜਾ ਯੂਨੀਅਨ ਆ ਉਹਨੂੰ ਡਿਸਜੰਕਸ਼ਨ ਨਾਲ ਰਿਲੇਟ ਕੀਤਾ ਜਾਂਦਾ ਵਾ ਕਿ ਨੋਟ ਕਿਊ ਆ, ਕਲੀਅਰ ਆ। ਫਿਰ ਇੱਥੇ ਨੋਟ ਪੀ ਹੋ ਜਾਊਗਾ, ਯੈਸ ਨੋਟ ਪੀ ਹੋ ਜਾਊਗਾ, ਇਹ ਵਾਲਾ ਸਾਈਨ ਚ ਕਨਵਰਟ ਹੋ ਗਿਆ, ਨੋਟ ਕਿਊ ਹੋ ਗਿਆ, ਠੀਕ ਆ ਜੀ। ਇਹ ਹੈਗਾ ਡੀ ਮਾਰਗਨਸ ਲਾਅ। ਕਿਉਂਕਿ ਇਹਨਾਂ ਦੇ ਨਾਮ ਹੁਣ ਇਸ ਕਰਕੇ ਕਰ ਰਹੇ ਆ ਕਿ MCQs ਦੇ ਵਿੱਚ ਫੋਰ ਐਗਜ਼ਾਮਪਲ ਇਹ ਵਾਲਾ ਲਾਅ ਲਿਖਿਆ ਹੋਇਆ ਵਾ, ਕੁਐਸਚਨ ਇਦਾਂ ਬਣਦਾ ਪਿਆ ਵਾ ਕਿ ਇਹ ਚੀਜ਼ ਲਿਖੀ ਆ, ਅਗਰ ਇਹ ਚੀਜ਼ ਲਿਖੀ ਆ ਤੇ ਥੱਲੇ ਉਹਨਾਂ ਨੇ 4 ਆਪਸ਼ਨਸ ਦਿੱਤੀਆਂ ਵਾ ਵੀ ਆਈਡੈਂਪੋਟੈਂਟ ਲਾਅ ਆ, ਮਾਰਗਨਸ ਲਾਅ ਆ, ਡੀ ਮਾਰਗਨਸ ਲਾਅ ਆ, ਐਸੋਸੀਏਟਿਵ ਲਾਅ ਆ, ਡਿਸਟ੍ਰੀਬਿਊਟਿਵ ਲਾਅ ਆ, ਹੈ ਨਾ। ਫਿਰ ਸੋ ਦੈਟਸ ਵਾਈ ਇਹਨਾਂ ਦੇ ਨਾਮ ਵੀ ਆਪਾਂ ਨੂੰ ਪਤਾ ਹੋਣੇ ਚਾਹੀਦੇ ਆ, ਠੀਕ ਆ। ਨੈਕਸਟ ਆਈਡੈਂਟਿਟੀ ਲਾਜ਼। ਆਈਡੈਂਟਿਟੀ ਲਾਅ ਦਾ ਮਤਲਬ ਕੀ ਆ, ਜਾਂ ਤਾਂ ਟੋਟੋਲੋਜੀ ਆਉਣਾ ਤੇ ਜਾਂ ਕੌਂਟਰਾਡਿਕਸ਼ਨ ਆਉਣਾ, ਠੀਕ ਆ। if T and C denote tautology and contradiction, T ਜਿਹੜਾ ਵਾ tautology ਨੂੰ represent ਕਰਦਾ ਪਿਆ ਵਾ ਤੇ C ਜਿਹੜਾ ਵਾ contradiction ਨੂੰ represent ਕਰਦਾ, then for any statement, P ਕੋਈ statement ਹੈਗੀ ਆ, we have ਇੱਥੇ P ਦੀ disjunction not P ਨਾਲ ਲੈਂਦੇ ਆ, ਠੀਕ ਆ। ਤੇ ਉਹ ਕੀ ਆਊਗਾ, ਉਹ true ਹੁੰਦਾ ਆ, yes ਇਹ true ਹੁੰਦਾ, tautology ਹੁੰਦਾ ਆ। ਕਿਵੇਂ ਭਲਾ, ਇਹ ਇੱਕ P ਸੈੱਟ ਸੀਗਾ, ਇਹਨੂੰ ਟਰੂਥ ਟੇਬਲ ਦੇ ਨਾਲ ਵੀ ਅਸੀਂ ਪ੍ਰੂਵ ਕਰ ਲਿਆ ਹੋਇਆ ਵਾ, ਟਰੂਥ ਟੇਬਲ ਨਾਲ ਵੀ ਪ੍ਰੂਵ ਹੋ ਗਿਆ ਵਾ। ਇਹ P ਆ, it is nothing but union, it is union, this P is nothing but this P not, ਠੀਕ ਆ। ਤੇ ਹੁਣ ਇਹਦੇ ਵਿੱਚ ਜੋ ਐਲੀਮੈਂਟਸ ਆ, ਇਹਦੇ ਵਿੱਚ ਉਸ ਤੋਂ ਇਲਾਵਾ ਐਲੀਮੈਂਟਸ ਆ, ਤੇ ਉਹਨਾਂ ਦੀ ਯੂਨੀਅਨ ਪੂਰੇ ਦਾ ਪੂਰਾ ਕੀ ਹੋਊਗਾ,
यूनीवर्सल सैट होगा। तो जो यूनीवर्सल सैट हुंदा सी उदों टोटोलॉजी हुंदा सी, टोटोलॉजी हुंदा सी जां तां स्मॉल टी दे नाल डिनोट कर लो, इत्थे स्मॉल टी लिख लैंदे आ, ठीक आ। ते इत्थे आ जाऊगा अपना स्मॉल टी, ठीक आ। हुण इत्थे सैकेंड दे विच अगर देखा तो वो कह रहे पी दी, पी कोई स्टेटमेंट आ, उहदी ए डिसजंक्शन लै रहे आ, किहदे नाल लै रहे आ, कॉन्ट्राडिक्शन दे नाल लै रहे आ। ते कॉन्ट्राडिक्शन इन द सेंस फॉल्स, फॉल्स रिजल्ट आ, ठीक आ, फॉल्स है इत्थे, ठीक आ, फॉल्स जां कॉन्ट्राडिक्शन ਉਹਦਾ रिजल्ट की रहूगा। याद करो मैं तुहानूं दस्सिया सी जदों ਇਹ वाला ऑपरेशन हुंदा वा, डिसजंक्शन हुंदा वा जदों, उदों ट्रू जिहड़ा वा ਉਹ स्ट्रोंग, ट्रू ते फॉल्स दे विचों कौन स्ट्रोंग हुंदा वा, उदों दस्सिया सी तुहानूं ट्रू स्ट्रोंग हुंदा वा। इस ऑपरेशन च कौन स्ट्रोंग हुंदा वा, इस ऑपरेशन दे विच, इस ऑपरेशन च कौन स्ट्रोंग हुंदा वा, ट्रू स्ट्रोंग हुंदा वा। जे ट्रू स्ट्रोंग हुंदा, फॉल्स तो नहीं स्ट्रोंग हुंदा, ट्रू स्ट्रोंग हुंदा आ, ठीक आ। फॉल्स तो नहीं स्ट्रोंग हुंदा, नहीं फॉल्स नहीं स्ट्रोंग हुंदा। जे फॉल्स नहीं स्ट्रोंग हुंदा तो फिर जो बाकी बचिया कौन आ, पी, वो आऊगा। कहने का मतलब ये रिजल्ट आऊगा, ठीक आ। नैक्सट देखिए पी, फिर ये इत्थे लिखते हैं पी, ठीक आ। इत्थे उन्हें सी लिखिया सी, सी का मतलब सी भी लिख सकते हैं, फॉल्स भी लिख सकते हैं। अगली स्टेटमेंट विच चलना पी इट इज डिसजंक्शन टी, ठीक है, टी भी लिख सकते हैं, टी टोटोलॉजी है ना, कैपिटल स्मॉल टी दे नाल डिनोट कर लिया इनू असीं, ओके। सिंबल किहड़ा हैगा वा डिसजंक्शन दा, डिसजंक्शन सिंबल च कौन स्ट्रोंग हुंदा सी, ट्रू स्ट्रोंग हुंदा सी। ते जे ट्रू स्ट्रोंग हुंदा सी ते फिर कौन आऊगा, इन्हां दोनां ते कौन आऊगा, इन्हां दोवां ते टी आऊगा, ट्रू आऊगा, ठीक आ। हुण नैक्सट पी दी, पी जिहड़ा वा उहदी इत्थे लिखदे आ पी आ, उहदी कंजंक्शन लै रहे आ किहदे नाल, फॉल्सी नाल जां कॉन्ट्राडिक्शन नाल। ते ਇਹ ਵਾਲੇ ऑपरेशन ਦੇ ਵਿੱਚ ਜਦੋਂ ਇਹ ਵਾਲਾ ऑपरेशन ਹੁੰਦਾ ਸੀ ਉਦੋਂ ਕੌਣ ਸਟਰੋਂਗ ਹੁੰਦਾ ਸੀ, ਇਹ ਵਾਲੇ ऑपरेशन ਦੇ ਵਿੱਚ, ਇਹ ਵਾਲੇ ऑपरेशन 'ਚ ਫਾਲਸ ਸਟਰੋਂਗ ਹੁੰਦਾ ਸੀ। ਤੇ ਇਹ ਕੌਣ ਆ, ਇਹ ਫਾਲਸ ਹੀ ਆ, ਇਹ ਫਾਲਸ ਹੀ ਆ। ਕਹਿਣ ਦਾ ਮਤਲਬ ਕੀ ਆਊਗਾ, ਸੀ ਆ ਜਾਊਗਾ। ਹੁਣ ਅਗਰ ਅਸੀਂ ਇਹਨੂੰ ਸਮਝੇ ਤੋਂ ਬਿਨਾਂ ਆਪਾਂ ਇੱਦਾਂ ਹੀ ਲਰਨ ਕਰਨ ਦੀ ਕੋਸ਼ਿਸ਼ ਕਰੀਏ, ਇਟ ਇਜ਼ ਡਿਫਿਕਲਟ ਟੂ ਲਰਨ। ਕਦੋਂ ਪੀ ਦਾ, ਕਦੋਂ ਦੇਖੋ ਇੱਥੇ ਪੀ ਸੀ ਪੀ ਆ, ठीक आ। इत्थे ध्यान नाल देखो पी सी पी आ, इत्थे भी पी सी दी, पी सी दा इत्थे पी सी दा हैगा क्वेश्चन, इत्थे भी पी सी दा क्वेश्चन बनता पिया, बट उहदा रिजल्ट पी आया, इहदा रिजल्ट सी आया, है ना। फिर कदों किहड़ा की रिजल्ट आऊगा, आपां जिहड़ा बेसिक चीज़ां अपलाई कीतियां वा थोड़ा जिहा सैट नाल रिलेट कर देवांगे, फिर उहदे अकॉर्डिंगली रिजल्ट्स बनणगे वेरी ईजी टू लर्न, ठीक आ। कॉम्प्लीमेंट लॉ वी हैव ऑलरेडी डन, कॉम्प्लीमेंट्री लॉ की भला पी सीगा उहदी यूनीयन, यूनीयन मतलब डिसजंक्शन किहदे नाल, नॉट पी दे नाल, की होगी, टोटोलॉजी होगी, टोटोलॉजी होगी। वो किवें बई, ये एक सैट आ पी, ये यूनीयन आ, ये नॉट पी आ, तो की हो गया, वो टोटोलॉजी हो गया। ये कॉम्प्लीमेंट आ, जानी कि एदी पी दा कॉम्प्लीमेंट, फिर इत्थे कॉम्प्लीमेंट लिया आया, इन्हां दोनों की इंटरसैक्शन च कुछ भी नहीं आऊगा, फाई आऊगा, जो कि कॉन्ट्रा, सी फॉर कॉन्ट्राडिक्शन, ठीक आ। हुण टोटोलॉजी की कॉन्ट्राडिक्शन हुई तो सी आ गया, तो सी की कॉन्ट्राडिक्शन हुई टी आ गया, ठीक आ। एक कॉम्प्लीमेंट्री लॉ, इनू इवें नाम क्यों दिता वा, क्योंकि इन्हां सारे 4 के 4 पॉइंट्स विच कॉम्प्लीमेंट लिया वा, कॉम्प्लीमेंट मतलब नॉट कड्ढिया आ। कॉन्ट्रा पॉजिटिव का लॉ भी हो चुका वा, जिवें पी इंप्लाइज क्यू सीगा, कॉन्ट्रा पॉजिटिव च किहा सी क्यू नूं अगे कर दिओ, पी नूं पिछे कर दिओ, ते दोवां दे नाल नॉट अप्लाई कर दिओ, दोवां दे नाल नॉट अप्लाई कर दिओ। ये इत्थे डबल इदां करके साइन पे, इट इज नथिंग बट दिस, जां इनूं इदां, जां इनूं इवें भी लिख सकते हैं, ठीक आ। नैक्सट हैगा वा इनवोल्यूशन लॉ, इनवोल्यूशन लॉ दे विच की आ, नॉट पी, वापस उही दा उही आ गया, वापस उही दा उही आ गया, ठीक आ। हुण असीं कुछ इक्विवेलेंस इंप्लीकेशनस कीतियां सीगियां, इक्विवेलेंस रिलेशनस कीते सीगे,
इक्विवेलेंस का मतलब की दसिया सी, जदों उहदे विच इक्वल पिया सीगा, है ना, इक्वल पिया, जदों एक लैफ्ट हैंड साइड का रिजल्ट कुछ प्रूव करके राइट हैंड साइड भी आउंदा होवे, उहनूं असीं इक्वल साइन दे नाल जां इक्विवेलेंस कह दिंदे आ। उहदी एक लिस्ट दे दित्ती आ हुण इत्थे, कहंदे P इंपलाइज Q, भला किहदे इक्वल आया सी, किहदे इक्वल आया सी, वो आया सी नॉट P डिसजंक्शन Q दे, नॉट P डिसजंक्शन Q दे। हुण इसे चीज़ का ही नोट करते पे आ, इस चीज़ का उन्होंने नोट कर दिता है ना, ये बाहर उन्होंने देखो, ये बाहर उन्होंने नोट पाता, कहने का मतलब की आ, ये तो हट जूगा, वो तो हट गया, ये वाला साइन कंजंक्शन च चेंज हो गया, तो इत्थे की आ जूगा नॉट Q। ठीक आ, सैकेंड भी हो गया। थर्ड, P इंपलाइज Q आ, ते जे नॉट Q इंपलाइज नॉट P होया, कंडीशनल एंड कॉन्ट्रा पॉजिटिव एंड इक्वलेंट। ये हैगा वा P इंपलाइज Q, P इंपलाइज Q, उत्थे इक्वल का साइन पाया वा, नॉट Q इंपलाइज नॉट P। ये स्टेटमेंट केड़ी आ, कंडीशनल स्टेटमेंट, कंडीशनल एंड कॉन्ट्रा पॉजिटिव। ये केड़ी आ, ये कॉन्ट्रा पॉजिटिव आ, आर इक्वलेंट, ये की होणगे, ये इक्वलेंट होणगे। ठीक आ, P बाय कंडीशनल है इत्थे, बाय कंडीशनल, बाय कंडीशनल का रिजल्ट की लगता हुंदा सी, बाय कंडीशनल का रिजल्ट लगता सी एक बारी P इंपलाइज Q कर देना, यस, डिसजंक्शन नहीं पाउणा, कंजंक्शन पाउणा। ठीक आ, Q इंपलाइज P कर देना, उही कीता, P इंपलाइज Q, कंजंक्शन, Q इंपलाइज P। फिफ्थ वन इज negation P by conditional P by conditional Q is equivalent to, इहदा रिजल्ट आऊगा negation P by conditional Q और लिखा आ P by conditional not Q। हुण इस गल का मीनिंग की है, इस गल का मीनिंग आ कि जिहड़ा इहदा रिजल्ट होऊगा ना, चाहे ट्रूथ टेबल बना लो, चाहे सैट थ्योरी ना कर लो, जो भी इहदा रिजल्ट आऊगा, आउटपुट आऊगी, वो किहदे नाल सेम आउण वाली आ, वो इहदे नाल सेम आऊगी, एज वैल एज इहदे नाल सेम आऊगी। हुण ये दो गल्लां दा मीनिंग, ये दो ऑपरेशंस दा मीनिंग सेम आ, नॉट P बाय कंडीशनल Q जां P बाय कंडीशनल Q, ये वन एंड सेम थिंग आ। वो किवें, पहला ये देखते हैं कि यह दो आपस च इक्वल किवें आ, इस नूं देखते हैं। ठीक आ, इत्थे हैगा नॉट P बाय कंडीशनल Q, पहला इहदा ऑपरेशन लगा लीए। अगर बाय कंडीशनल दी बाय कंडीशनल का ऑपरेशन याद आ तो की हुंदा सीगा, इत्थे लगाउने आ बाय कंडीशनल का, बाय कंडीशनल का की हुंदा सी P नॉट P, दोनों चों एक का नॉट करना। ठीक आ, एक का नॉट किया, उहदा डिसजंक्शन ले लिया दूसरे दे नाल, ओके। फिर कंजंक्शन हुंदा सी, जिहदा नॉट किया हुण उहनूं सिंपल रखना, ऑपरेशन जो इत्थे आ। ठीक आ, डिसजंक्शन नॉट Q, ये ऑपरेशन दिंदा हुंदा सी। एक P इंपलाइज Q हुंदा सी, उहदे च पता की ऑपरेशन हुंदा सी, नॉट P डिसजंक्शन Q। इदां याद रख लवांगे, इत्थे की है, इत्थे बाय कंडीशनल आ, इत्थे कल्ला कंडीशनल आ, इत्थे नॉट P डिसजंक्शन Q आ, इत्थे भी नॉट P डिसजंक्शन Q पा के ना, है ना, उन्नी चीज़ पा के फिर अगले पार्ट दे विच की है, इस तो उल्टा, उल्टा इन द सेंस P जिहड़ा वा वो सिंपल आ, negation सॉरी डिसजंक्शन तो इवें दा इवें आऊगा, negation Q दा कर देवांगे, एंड ये दो ऑपरेशंस दे विच असीं कंजंक्शन दा सिंबल पावांगे। ठीक आ जी, ओके। हुण इहदे विच अगर देखां ते पहले वाले दा नॉट, इत्थे पहले वाला कौन सी P, उहदा नॉट, है ना, इत्थे पहले वाला कौन आ P, उहदा नॉट करांगी, उहदा जदों नॉट कीता ते की हो जाना वा, P हो जाना। ठीक आ, इहदा नॉट किया ना P दा नॉट किया, अगला सिंपल आ, जदों इहदा नॉट किया ते P हो गया, उहदी डिसजंक्शन Q नाल ले ली। अगले इत्थे स्टैप दे विच की सी, हुणे हुणे नॉट किहदा कीता जे, हुणे हुणे नॉट मैं P दा कीता सीगा, हुण किहदा करूंगी, इहदा।
कहने का मतलब ये चीज इदा रह जूगी, यस ये चीज इदा रहेगी, तो यदा नॉट आ गया, ਇਹਦਾ नॉट आ गया, दोनों च सिंबल पै जाना कंजंक्शन का। ठीक है जी, ओके ये रिजल्ट रहा। हुण ये इक्वल किद्दां वा, ये चीज़ ये इक्वल किद्दां वा, ये देखते हैं पी पी बाय कंडीशनल नॉट क्यू, इत्थे रहूगा पी, ਇਹਦਾ नॉट कर दिए, पहले का नॉट कर दिए, यस पहले का नॉट कर दिंने आ, ये वाला सिंबल पाया, नॉट क्यू कर दिता, यस ठीक आ, अगले च की करना आ, अगले विच एदा नॉट कर देने, पी सिंपल रहूगा, क्यू दा नॉट करता, क्यू आ गया, डिसजंक्शन आ गया, दोवां च सिंबल कंजंक्शन आ। अगर बहुत ध्यान दे नाल नोट करो, इत्थे पी डिसजंक्शन क्यू आ, इत्थे भी पी डिसजंक्शन क्यू आ। ठीक आ, जिन्हों मैं ब्लू किता देखो, ब्लू वाला पार्ट इक्वल आ, इत्थे नॉट पी डिसजंक्शन नॉट क्यू आ, है ना, नॉट पी डिसजंक्शन नॉट क्यू है, इत्थे नॉट पी डिसजंक्शन नॉट क्यू आ, ਇਹਦਾ मतलब ये वाला पार्ट भी इक्वल आ, दोनों च सिंबल केड़ा सी, कंजंक्शन का सिंबल सीगा। कहने का मतलब ये चीज़ तो श्योर हो गई भी ये दो रिजल्ट्स इक्वल आ। ठीक है जी, अगे पिछे आओ कोई गल नहीं, हुण देखने वाली गल रह गई ये वाली चीज़, इनू असीं सॉल्व करिए। इत्थे बाहर नॉट आ, इत्थे बाहर नॉट आ, ते ਇਹਦੇ ਵਿੱਚ अंदर ऑपरेशन की रहूगा, एक बारी लिखूंगी नॉट पी डिसजंक्शन क्यू, इत्थे लिखूंगी पी डिसजंक्शन नॉट क्यू, दोनों च सिंबल रहूगा कंजंक्शन का। ठीक आ, हुण ये जिहड़ा नॉट हैगा वा वो इहदे नाल भी आऊगा, ये नॉट इहदे नाल भी आऊगा, ते जिहड़ा डिसजंक्शन आ वो कंजंक्शन, जिहड़ा कंजंक्शन आ वो डिसजंक्शन च चेंज हो जाऊगा, नॉट पी डिसजंक्शन क्यू, मतलब ये सिंबल ये नाल भी आ गया, नॉट जिहड़ा वा पी डिसजंक्शन नॉट क्यू दे नाल आ गया, एंड जिहड़ा कंजंक्शन आ वो डिसजंक्शन च बदल जूगा। हुण नगेशन किहदे किहदे बाहर पिया आ, एक इहदे बाहर नगेशन पिया आ, एक इहदे बाहर नगेशन पिया, दो जणियां दे बाहर नगेशन पिया आ। इनू असीं हुण ऑपरेट कर लईए, इत्थे अंदर जो लैके जावांगे इहदा नगेशन हट जाना आ, जिहदा हैगा सी उहदा हट गया। ठीक आ, ये वाला सिंबल इहदे च कंजंक्शन च चेंज हो जाऊगा, एंड नगेशन जिहड़ा वा क्यू दे नाल आ जाऊगा। इस सिंबल नूं फिलहाल इवें रख दी आ। नैक्सट इत्थे हैगा वा नॉट पी आ जाऊगा, डिसजंक्शन कंजंक्शन च चेंज हो जाऊगा, एंड क्यू दा नॉट जिहड़ा आ वो हट जाऊगा। हुण ये भला उहदे इक्वलेंट आया वा, देखिए इत्थे पी कंजंक्शन नॉट क्यू आ, इवें नहीं आ, इदां दा कुछ नहीं आया। एक ब्रैकेट दे विच सिंपल पी क्यू पे आ, एक ब्रैकेट दे विच उहनां दे नगेशनस पे आ, इत्थे थोड़ी गल मिक्स जी आ। सो इनू फिर एक बार आपां नूं सॉल्व करना होऊगा, किद्दां करदे आ, ये पूरे नूं आपां एक कंसीडर कर लेने, जे मैं सैट थ्योरी दे नाल इनू चला, सैट थ्योरी ना करा, ये पूरे नूं असीं एक सैट कंसीडर कर लैंदे आ, है ना, ये पूरा साडा एक चीज़ हो गया, क्योंकि इहदा यूनीअन च कन्वर्ट हो जाऊगा। अगर ध्यान नाल देखिए तो ये पूरी दा ऑपरेशन किहदे नाल आऊगा, इहदे नाल आऊगा, राइट। चलो लिखिए, जिन्हों मैं रेड किया है उन्होंने लिखा पी कंजंक्शन नॉट क्यू, है ना, ब्रैकेट फिलहाल उदा दी उदा ही पाऊंगी उन्होंने, एंड उन्होंने किहदे नाल लिखूंगी डिसजंक्शन नॉट पी दे नाल, एंड इनू एक ब्रैकेट च घेर लूंगी, वो क्यों, इनू एवें बंद कर दिता, वो क्यों, क्योंकि एदा ऑपरेशन एदे नाल होण वाला आ, एदा ऑपरेशन एदे नाल होण वाला, फाइन, वो इस करके उन्होंने मैं ब्रैकेट दे विच बंद कर दिता। इत्थे जिहड़ा सिंबल हुंदा वा, जिहड़ा ए वाला सिंबल हुंदा, जिहड़ा ए वाला सिंबल आ वो इत्थे आऊगा, क्योंकि जिहड़ियां दो चीज़ां वख होण लगियां, किहड़ियां, नॉट पी इहदे नाल आ गया, जिहड़ा क्यू आ वो अगली बार आ जाऊगा, जिहड़ियां दो चीज़ां वख होण लगियां उन्हां दे विच वाला जिहड़ा ऑपरेशन आ वो इत्थे आउंदा आ। ठीक आ, हुण फिर यही वाली चीज़ जिन्हों मैं रेड किया आ, पी कंजंक्शन नॉट क्यू, ए वाला ऑपरेशन आऊगा नाल क्यू दे। एक बारी फिर देखते हैं, इस नूं ए वाले ऑपरेशन दे नाल विद पी, इस नूं इस ऑपरेशन दे नाल विद क्यू। ठीक है,
ਹੁਣ ਹੁਣ ਅੱਗੇ ਕੀ ਰਹਿ ਗਿਆ, ਅੱਗੇ ਨੂੰ ਥੋੜਾ ਜਿਹਾ ਸੋਲਵ ਕਰੀਏ। ਉਹ ਕਿਵੇਂ, ਹੁਣ ਫਿਰ ਬ੍ਰੈਕਟ ਦੇ ਬਾਹਰ ਕੌਣ ਪਿਆ ਆ, ਬ੍ਰੈਕਟ ਦੇ ਬਾਹਰ ਕੌਣ ਪਿਆ ਆ, ਨੋਟ ਪੀ। ਇਹਦਾ ਮਤਲਬ ਕੀ ਆ, ਜਿਹੜਾ ਨੋਟ ਪੀ ਆ ਨਾ, ਇਹਨੂੰ ਸੈੱਟ ਥਿਊਰੀ ਵਾਂਗੂ ਪੀ ਡੈਸ਼ ਵੀ ਲਿਖ ਸਕਦੇ ਸੀ, ਅੰਡਰਸਟੂਡ ਆ, ਬਟ ਇਹ ਨੋਟ ਪੀ ਆ ਨਾ, ਉਹਦੀ ਪੀ ਦੇ ਨਾਲ ਯੂਨੀਅਨ ਹੋ ਜੂਗੀ। ਨੋਟ ਪੀ ਦੀ ਯੂਨੀਅਨ ਕਿਹਦੇ ਨਾਲ ਹੋਣ ਵਾਲੀ ਆ, ਪੀ ਦੇ ਨਾਲ, ਪੀ ਦੇ ਨਾਲ ਹੋ ਗਈ, ਬ੍ਰੈਕਟ ਕਲੋਜ਼ ਹੋ ਗਈ। ਯੈਸ, ਕਿਉਂਕਿ ਇਨ ਨੂੰ ਇਹ ਵਾਲੇ ਆਪਰੇਸ਼ਨ ਨਾਲ ਇੱਕ ਵਾਰੀ ਪੀ ਦੇ ਨਾਲ, ਇਨ ਨੂੰ ਇਸ ਆਪਰੇਸ਼ਨ ਦੇ ਨਾਲ ਇੱਕ ਵਾਰੀ ਨੋਟ ਕਿਊ ਦੇ ਨਾਲ, ਨੋਟ ਪੀ ਨੂੰ ਇੱਕ ਵਾਰ ਨੋਟ ਕਿਊ ਦੇ ਨਾਲ। ਦੋਨਾਂ ਦੇ ਵਿੱਚ ਸਾਈਨ ਕਿਹੜਾ ਹੋਊਗਾ, ਵੱਖ ਕਿਹੜੀਆਂ ਚੀਜ਼ਾਂ ਹੋਈਆਂ ਵਾ, ਇੱਕ ਪੀ ਤੇ ਇੱਕ ਨੋਟ ਕਿਊ, ਉਹਨਾਂ ਦੇ ਵਿੱਚ ਵਾਲਾ ਸਾਈਨ ਜਿਹੜਾ ਵਾ ਕੰਜੰਕਸ਼ਨ ਆਊਗਾ। ਠੀਕ ਆ, ਇਹ ਮੈਂ ਇੰਨੇ ਨੂੰ ਲਿਖਿਆ ਵਾ, ਜਿਹੜਾ ਬਲੂ ਸਾਈਨ ਆ ਉੱਥੇ ਦਾ ਉੱਥੇ ਉਵੇਂ ਪਤਾ ਲੱਗੀ ਆ। ਠੀਕ ਆ, ਇਹਨੂੰ ਫਿਲਹਾਲ ਬ੍ਰੈਕਟ 'ਚ ਰੱਖਦੇ ਆ। ਨੈਕਸਟ ਰਹੂਗਾ ਹੁਣ ਫਿਰ ਇੱਥੇ ਕਿਊ ਆ ਜਿਹੜਾ, ਉਹਦਾ ਯੂਨੀਅਨ ਪੀ ਦੇ ਨਾਲ, ਕਿਊ ਦਾ ਯੂਨੀਅਨ ਪੀ ਦੇ ਨਾਲ ਲੈ ਲਿਆ, ਕਿਊ ਦਾ ਯੂਨੀਅਨ ਪੀ ਦੇ ਨਾਲ ਲੈ ਲਿਆ, ਫਾਈਨ। ਠੀਕ ਆ, ਐਂਡ ਕਿਊ ਦਾ ਯੂਨੀਅਨ ਕਿਹਦੇ ਨਾਲ ਲਊਂਗੀ, ਨੋਟ ਕਿਊ ਦੇ ਨਾਲ, ਕਿਊ ਦਾ ਯੂਨੀਅਨ ਨੋਟ ਕਿਊ ਦੇ ਨਾਲ ਲੈ ਲਿਆ। ਉਹਨਾਂ 'ਚ ਸਿੰਬਲ ਕਿਹੜਾ ਆਊਗਾ, ਕਿਹੜੀਆਂ ਦੋ ਚੀਜ਼ਾਂ ਵੱਖ ਹੋਈਆਂ, ਇੱਕ ਪੀ ਇੱਕ ਨੋਟ ਕਿਊ, ਇੱਕ ਪੀ ਇੱਕ ਨੋਟ ਕਿਊ, ਉਹਨਾਂ ਦੇ ਵਿੱਚ ਵਾਲਾ ਸਿੰਬਲ ਜਿਹੜਾ ਵਾ ਕੰਜੰਕਸ਼ਨ ਸੀਗਾ। ਠੀਕ ਆ, ਇਹਨੂੰ ਬ੍ਰੈਕਟ ਨੂੰ ਕਲੋਜ਼ ਕਰ ਲਿਆ। ਹੁਣ ਅਗਰ ਮੈਂ ਇੰਨੇ ਹਿੱਸੇ ਨੂੰ ਦੇਖਾਂ, ਨੋਟ ਪੀ ਯੂਨੀਅਨ ਪੀ ਜਿਹੜਾ ਯੂਨੀਵਰਸਲ ਸੈੱਟ ਹੁੰਦਾ ਸੀ, ਜੇ ਯੂਨੀਵਰਸਲ ਸੈੱਟ ਹੁੰਦਾ ਤਾਂ ਉਹਦੀ ਇੰਟਰਸੈਕਸ਼ਨ ਆਪਾਂ ਦੇਖਣੀ ਆ, नॉट पी यूनियन, इट इज यूनियन है ना, अगर मैं सैट थ्योरी ना कंपेयर करा नॉट क्यू ते ब्रैकेट क्लोज करते हैं, इट इज इंटरसैक्शन, ਇਹਦੇ ਵਿੱਚੋਂ Q यूनियन P। ठीक आ, ਹੁਣ ਇਹ ਇਧਰੋਂ यूनिवर्सल सैट ਹੁੰਦਾ क्योंकि Q यूनियन नॉट Q आ। याद करो Q यूनियन नॉट Q की बनता, ये चोवले एलीमेंट्स ये जिदा 1 2 3 आ, तो ये 1 2 3 तो इलावा मान लो एक यूनीवर्सल सैट हैगा 1 2 3 4 5 है ना, मैं इत्थे 1 2 3 लिखे, नॉट का मतलब की आ 1 2 3 टोटल चो 1 2 3 नूं छड्ड के बाकी 4 5, तो जो आप यूनीयन लेने आ वापिस सारे दे सारे एलीमेंट्स आ जाने, मतलब 1 2 3 4 5 वापिस ओही दे ओही एलीमेंट्स आ जाने है ना, कहने का मतलब यूनीवर्सल सैट बनता। सो अगर ये यूनीवर्सल सैट आ, ठीक आ, अगर ये यूनीवर्सल सैट आ, यूनीवर्सल सैट मतलब जिहदे विच ऑल एलीमेंट्स आ रहे आ, उहदी इंटरसैक्शन जिहड़ी आ किसे दे नाल लैंदे आ, मतलब यूनीवर्सल सैट वड्डा आ, इंटरसैक्शन कोई सैट आ दोनों चों वड्डा ऑबवियस है यूनीवर्सल सैट होगा, उन्हां चों जिहड़ा कॉमन आ छोटी चीज़ सांझी आऊगी, कॉमन छोटी चीज़ आऊगी, यूनीवर्सल सैट ते नहीं आऊगा। कहने का मतलब इस तो रिजल्ट केड़ा बनन वाला, इस तो रिजल्ट बनन वाला नॉट पी यूनियन नॉट क्यू, क्योंकि यूनीवर्सल सैट च सारे दे सारे एलीमेंट्स आउंदे आ, इहदे विच उन्हां चों कुछ ते इंटरसैक्शन च सांझा लेना हुंदा, कॉमन लेना हुंदा, दैट्स वाई एदा ते एदा कॉमन आ जाऊगा। ठीक आ, कॉमन चीज़ केड़ी होगी, छोटी। हुण इत्थे आ गया तुहाडे कोलों इंटरसैक्शन, इन्हां दोनों वारी इत्थे Q यूनियन P आ, ओदी इंटरसैक्शन यूनीवर्सल सैट आ इत्थे। हुण जदों इत्थे यूनीवर्सल सैट आ, व्हाट डज दिस मीन, फिर वही चीज़ Q यूनियन P आऊगा। हुण इनू रिलेट करो जो मैं इत्थे प्रूव कीता सीगा, मैं इत्थे मतलब इस ऑपरेशन नू ते इस ऑपरेशन नू दोनों नू मैं प्रूव कीता सी P यूनियन Q, P यूनियन Q, इत्थे भी आया P यूनियन Q। ठीक आ, इत्थे भी आ गया P यूनियन Q, उत्थे सी इंटरसैक्शन, इत्थे सी इंटरसैक्शन, जिन्नू असी MR चैप्टर दे विच कंजंक्शन बोलते हैं, है ना, नॉट P यूनियन नॉट Q, नॉट P यूनियन नॉट Q, है ना।
सारा ਉਹੀ ਦਾ ਉਹੀ ਆ ਗਿਆ। ਸੋ ਕਹਿਣ ਦਾ ਮਤਲਬ ਇਹ ਇਕੁਅਲ ਆ। ਇਹਨੂੰ ਐਗਜ਼ਾਮ 'ਚ ਅਸੀਂ ਅਗਰ ਸੈੱਟ ਥਿਊਰੀ ਨਾਲ ਵੀ ਕਰਦੇ ਹਾਂ, ਕਿਉਂਕਿ ਤਿੰਨ ਚੀਜ਼ਾਂ ਪ੍ਰੂਵ ਕਰਨੀਆਂ ਸੀ, 1 2 3 ਤਿੰਨ ਚੀਜ਼ਾਂ ਪ੍ਰੂਵ ਕਰਨੀਆਂ ਸੀ। ਇਟ ਵਿਲ ਬੀ ਡਿਫਿਕਲਟ। ਸੋ ਇਹਨੂੰ ਅਸੀਂ ਇਵੇਂ ਚਾਹੇ ਸੈੱਟ ਥਿਊਰੀ ਦੇ ਨਾਲ, ਚਾਹੇ ਟਰੂਥ ਟੇਬਲ ਦੇ ਨਾਲ ਵੀ ਇਹ ਬੜਾ ਟਾਈਮ ਕੰਜ਼ਿਊਮਿੰਗ ਹੋਣਾ, ਠੀਕ ਆ। ਮਤਲਬ 5-6 ਮਿੰਟਸ 4-5 ਮਿੰਟਸ ਇੱਦਾਂ ਨਿਕਲ ਸਕਦੇ ਆ। ਸੋ ਡੋਂਟ ਵੇਸਟ ਟਾਈਮ। ਇਹਨੂੰ ਰਿਜ਼ਲਟ ਨੂੰ ਉਵੇਂ ਹੀ ਅਸੀਂ ਯਾਦ ਰੱਖਣਾ ਵਾ, ਇਸ ਰਿਜ਼ਲਟ ਨੂੰ, ਠੀਕ ਆ। ਐਂਡ ਥਰਡ ਰਿਜ਼ਲਟ ਵੀ ਇਵੇਂ ਹੀ, P ਇੰਪਲਾਈਜ਼ Q ਦਾ ਜਿਹੜਾ ਰਿਜ਼ਲਟ ਹੈਗਾ ਵਾ not Q not P ਦੇ, not Q implies not Q ਦੇ ਇਕੁਅਲ ਹੁੰਦਾ। ਇਹ ਵਾਲੀ ਸਟੇਟਮੈਂਟ ਨੂੰ ਬੋਲਦੇ ਆ ਕੰਡੀਸ਼ਨਲ ਸਟੇਟਮੈਂਟ। ਇਹ ਵਾਲੀ ਸਟੇਟਮੈਂਟ ਨੂੰ ਬੋਲਦੇ ਆ ਕੰਡੀਸ਼ਨਲ ਸਟੇਟਮੈਂਟ ਦਾ ਕੰਟਰਾਪੋਜ਼ਿਟਿਵ। ਕੰਟਰਾਪੋਜ਼ਿਟਿਵ ਹੁੰਦਾ ਕਿਹਦਾ ਵਾ? ਕੰਟਰਾਪੋਜ਼ਿਟਿਵ ਸਿਰਫ ਕੰਡੀਸ਼ਨਲ ਸਟੇਟਮੈਂਟ ਦਾ ਹੁੰਦਾ ਆ। ਸੋ ਇੱਥੇ ਲਿਖਿਆ ਵਾ ਕੰਡੀਸ਼ਨਲ ਐਂਡ ਕੰਟਰਾਪੋਜ਼ਿਟਿਵ ਆਰ ਇਕੁਇਵਲੈਂਟ, ਇਹ ਇਕੁਇਵਲੈਂਟ ਹੋਣਗੇ, ਠੀਕ ਆ। ਡੁਐਲਿਟੀ, ਡੁਐਲਿਟੀ ਕੀ ਹੁੰਦਾ ਆ? ਜਦੋਂ ਇੱਕ ਦਿੱਤੀ ਹੋਈ ਸਟੇਟਮੈਂਟ ਦੇ ਵਿੱਚੋਂ ਸਟੇਟਮੈਂਟ ਗਿਵਨ ਆ, ਉਹਦੇ ਜਿਹਦੇ ਉਹ ਇਕੁਅਲ ਆ ਰਿਹਾ, ਅਗਰ ਉੱਥੇ ਉਹਦਾ ਜਿਹੜਾ ਕੰਜੰਕਸ਼ਨ ਆ ਡਿਸਜੰਕਸ਼ਨ 'ਚ ਚੇਂਜ ਹੋ ਜਾਵੇ, ਅਗਰ ਡਿਸਜੰਕਸ਼ਨ ਆ ਜਿਹੜਾ ਉਹ ਕੰਜੰਕਸ਼ਨ 'ਚ ਚੇਂਜ ਹੋ ਜਾਵੇ, ਉਸਨੂੰ ਬੋਲਦੇ ਉਹਦੀ ਡੁਐਲਿਟੀ, ਠੀਕ ਆ। ਜਿਵੇਂ ਇੱਥੇ ਸੀਗਾ P ਕੰਜੰਕਸ਼ਨ Q ਦਾ ਨੋਟ ਸੀਗਾ, ਉਹ ਕਿਹਦੇ 'ਚ ਚੇਂਜ ਹੋ ਗਿਆ? ਉਹ ਡਿਸਜੰਕਸ਼ਨ 'ਚ ਚੇਂਜ ਹੋ ਗਿਆ। ਇਟ ਇਜ਼ ਨੋਟ P, ਕੰਜੰਕਸ਼ਨ ਦੀ ਜਗ੍ਹਾ ਤੇ ਡਿਸਜੰਕਸ਼ਨ ਹੋ ਗਿਆ, ਨੋਟ Q, ਹੈ ਨਾ। ਇਹ ਅਸੀਂ ਵੈਸੇ ਕਰ ਚੁੱਕੇ ਆ, ਇਹਨੂੰ ਡੁਐਲਿਟੀ ਬੋਲਦੇ ਆ। ਫਾਈਨ। ਸੋ ਰਾਈਟ ਦ ਡੂਅਲਸ ਆਫ ਦੀ ਫੋਲੋਇੰਗ ਸਟੇਟਮੈਂਟ। ਅਗਰ ਇਹਦਾ ਡੂਅਲ ਲਿਖਣਾ ਹੋਵੇ ਤੇ ਫਸਟ ਦਾ ਆਂਸਰ ਕੀ ਰਹੂਗਾ? ਆਂਸਰ ਆਫ ਫਸਟ ਵਿਲ ਬੀ P ਡਿਸਜੰਕਸ਼ਨ ਦੀ ਜਗ੍ਹਾ ਤੇ ਕੰਜੰਕਸ਼ਨ ਹੋ ਜਾਊਗਾ, ਇਸ ਡਿਸਜੰਕਸ਼ਨ ਦੀ ਜਗ੍ਹਾ ਤੇ ਵੀ ਕੰਜੰਕਸ਼ਨ ਹੋ ਜਾਊਗਾ। ਕੁਝ ਇਕੁਇਵਲੈਂਟ ਨਹੀਂ ਮੰਗ ਰਹੇ, ਜਸਟ ਉਹਦਾ ਡੂਅਲ ਪੁੱਛ ਰਹੇ ਆ ਤੇ ਅਸੀਂ ਉਹਨਾਂ ਦੇ ਸਾਈਨ, ਇਹ ਵਾਲੇ ਆਪਰੇਸ਼ਨਸ ਜਿਹੜੇ ਆ ਉਹ ਚੇਂਜ ਕਰ ਦੇਵਾਂਗੇ। ਸੈਕਿੰਡ ਕੁਐਸਚਨ ਦੇ ਵਿੱਚ ਕੰਜੰਕਸ਼ਨ ਜਿਹੜਾ ਵਾ ਉਹ ਡਿਸਜੰਕਸ਼ਨ 'ਚ ਚੇਂਜ ਕਰ ਦਿੰਨੇ ਆ, ਠੀਕ ਆ। ਇਹ ਵੀ ਕਾਹਦੇ 'ਚ ਚੇਂਜ ਹੋ ਗਿਆ? ਡਿਸਜੰਕਸ਼ਨ 'ਚ ਚੇਂਜ ਹੋ ਗਿਆ। ਥਰਡ ਪ੍ਰੋਬਲਮ ਦਾ ਆਂਸਰ ਰਹੂਗਾ P ਇਟ ਇਜ਼ ਡਿਸਜੰਕਸ਼ਨ, ਕੰਜੰਕਸ਼ਨ 'ਚ ਚੇਂਜ ਕਰ ਦੋ। ਕੰਜੰਕਸ਼ਨ ਜਿਹੜਾ ਵਾ ਉਹ ਡਿਸਜੰਕਸ਼ਨ 'ਚ ਚੇਂਜ ਕਰ ਦੋ। ਇਟ ਇਜ਼ R, ਇਹਨੂੰ ਕਰ ਦੋ ਤੁਸੀਂ ਕੰਜੰਕਸ਼ਨ S 'ਚ। ਸਮਝ ਗਏ? ਜਿਵੇਂ ਰਾਈਟ ਦ ਡੂਅਲਸ ਆਫ ਦੀ ਫੋਲੋਇੰਗ ਸਟੇਟਮੈਂਟ, ਇਹਦੇ ਵਿੱਚ ਡੂਅਲਸ ਲਿਖਣੇ ਆ ਇਹਦੇ, ਠੀਕ ਹੈ। ਇਹਨਾਂ ਦੇ ਬਸ ਸਾਈਨ ਜਿਹੜੇ ਆ ਉਹ ਤੁਸੀਂ ਚੇਂਜ ਕਰ ਸਕਦੇ ਆ। ਕਿਵੇਂ? ਇੱਥੇ ਹੀ ਕਰਦੀ ਆ ਮੈਂ ਚੇਂਜ। ਦੇਖੋ ਇਹ ਵਾਲਾ ਸਾਈਨ ਇਹਦੇ 'ਚ ਚੇਂਜ ਹੋ ਜਾਊਗਾ, ਇਹ ਸਾਈਨ ਇਵੇਂ ਹੋ ਜਾਊਗਾ, ਇਹ ਸਾਈਨ ਇਵੇਂ ਹੋ ਜਾਊਗਾ, ਇਹ ਸਾਈਨ ਇਵੇਂ ਹੋ ਜਾਊਗਾ, ਇਹ ਵਾਲਾ ਸਾਈਨ ਇੱਦਾਂ ਹੋ ਜਾਊਗਾ, ਇਹ ਇਵੇਂ ਹੋ ਜਾਊਗਾ, ਇਹ ਇਵੇਂ ਹੋ ਜਾਊਗਾ, ਇਹ ਇਵੇਂ ਹੋ ਜਾਊਗਾ। ਇਹਨੂੰ ਡੂਅਲ ਬੋਲਦੇ ਆ, ਠੀਕ ਆ ਜੀ। ਓਕੇ, ਥੈਂਕ ਯੂ। Thanks for watching till the end. If you like the content, subscribe, like, share and hit the bell icon. Thank you.